ਹੈਲੋ ਸਟੂਡੈਂਟਸ, ਅੱਜ ਜਿਹੜਾ ਹੈ ਇਕਾਂਗੀ ਦਾ 8ਵਾਂ ਦ੍ਰਿਸ਼ ਕਰਨਾ ਹੈ ਆਪਾਂ। ਲਾਸਟ ਜਿਹੜੀ ਵੀਡੀਓ ਸੀ ਉਹਦੇ ਵਿੱਚ ਆਪਾਂ ਦ੍ਰਿਸ਼ 7ਵਾਂ ਦੇ ਵਿੱਚ ਪੜ੍ਹਿਆ ਸੀ ਕਿ ਜਿਹੜੀ ਸੰਤੀ ਤੇ ਕਰਤਾਰੀ ਹੈ ਦੋਨੋਂ ਘਰ ਛੱਡ ਕੇ ਜਾਣਾ ਚਾਹੁੰਦੀਆਂ ਆ। ਜਿਹੜੀ ਕਰਤਾਰੀ ਹੈ ਉਹ ਖੇਤਾਂ ਵਿੱਚ ਘਰ ਪਾਉਣਾ ਚਾਹੁੰਦੀ ਹੈ, ਪਰ ਉਹਦਾ ਪਤੀ ਸੱਜਣ ਤੇ ਉਹਦਾ ਮੁੰਡਾ ਦੀਪਾ ਦੋਨੋਂ ਉਹਦਾ ਵਿਰੋਧ ਕਰਦੇ ਆ ਕਿ ਆਪਣਾ ਜਿਹੜਾ ਹੈ ਘਰ ਛੱਡਣ ਦੇ ਵਿੱਚ ਕੋਈ ਅਕਲਮੰਦੀ ਨਹੀਂ ਹੈ, ਕਿਉਂਕਿ ਜਿਹੜਾ ਹੈ ਜੋ ਸੁੱਖ ਆਪਣੇ ਘਰ ਦੇ ਵਿੱਚ ਆ ਉਹ ਬਾਹਰ ਨਹੀਂ ਹੈ। ਜਿੱਥੇ ਆਬਾਦੀ ਹੋਵੇ, ਜਿੱਥੇ 4 ਭਰਾ ਹੋਣ ਨਾ, ਉੱਥੇ ਜਿਹੜਾ ਹੈ ਘਰ ਵਿੱਚ ਰਹਿਣਾ ਸੁਰੱਖਿਅਤ ਆ। ਤੇ ਦੂਸਰੇ ਪਾਸੇ ਜਿਹੜੀ ਸੰਤੀ ਹੈ ਉਹ ਵੀ ਆਪਣਾ ਘਰ ਛੱਡ ਕੇ ਸ਼ਹਿਰ ਜਾਣਾ ਚਾਹੁੰਦੀ ਹੈ, ਫਾਰਮ ਹਾਊਸ ਖੋਲ੍ਹਣਾ ਚਾਹੁੰਦੀ ਹੈ, ਪਰ ਉਹਦਾ ਜਿਹੜਾ ਪਤੀ ਸੁੰਦਰ ਹੈ ਤੇ ਉਹਦਾ ਜਿਹੜਾ ਮੁੰਡਾ ਜਿੰਦਾ ਹੈ, ਦੋਨੋਂ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਜਿੱਥੇ ਸ਼ਹਿਰ ਦੇ ਵਿੱਚ ਕੋਈ ਜਾਣਦਾ ਪਹਿਚਾਣਦਾ ਨਾ ਹੋਵੇ ਉੱਥੇ ਜਾਣਾ ਕੋਈ ਅਕਲਮੰਦੀ ਨਹੀਂ ਹੈ। ਵੈਸੇ ਵੀ ਜਿਹੜਾ ਹੈ ਹੁਣ ਸ਼ਹਿਰਾਂ ਦੇ ਵਿੱਚ ਪਸ਼ੂ ਰੱਖਣਾ ਜਿਹੜਾ ਹੈ ਉਹ ਮਨਾ ਆ, ਤੇ ਜੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਕੋਈ ਵੀ ਅਜਿਹਾ ਕਰਦਾ ਆ ਤੇ ਉਹਨੂੰ ਜੁਰਮਾਨਾ ਵੀ ਹੁੰਦਾ ਆ ਤੇ ਨਾਲ ਸਜ਼ਾ ਵੀ ਮਿਲਦੀ ਆ। ਸੋ ਜਿਹੜੀ ਇੱਥੇ ਲਾਸਟ ਤੇ ਸੰਤੀ ਜਿਹੜੀ ਹੈ ਉਹ ਕੀ ਕਹਿੰਦੀ ਹੈ ਕਿ ਮੈਂ ਹਮੇਸ਼ਾ ਲਈ ਨਹੀਂ ਰਹਿਣਾ, ਇਸ ਕਰਕੇ ਜਿਹੜਾ ਹੈ ਆਪਣਾ ਸਮਾਨ ਤਿਆਰ ਕਰੋ ਤੇ ਘਰ ਤੋਂ ਚੱਲੋ, ਕਿਉਂਕਿ ਨਿੱਤ ਦੇ ਕਲੇਸ਼ ਤੋਂ ਜਿਹੜਾ ਹੈ ਉਹ ਦੁਖੀ ਹੋ ਚੁੱਕੀ ਹੈ। ਸੋ ਇੱਥੇ ਬੇਟਾ ਆਪਾਂ ਦ੍ਰਿਸ਼ 7ਵਾਂ ਖਤਮ ਕੀਤਾ ਸੀ, ਅੱਜ ਆਪਾਂ ਦ੍ਰਿਸ਼ 8ਵਾਂ ਕਰਨਾ ਆ। ਦ੍ਰਿਸ਼ 8ਵਾਂ ਤੇ ਦ੍ਰਿਸ਼ 9ਵਾਂ ਦੋਨੋਂ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜਿਹੜਾ ਰਾਜੇ ਆਪਾਂ ਪਿੱਛੇ ਪੜ੍ਹਿਆ ਸੀ ਕਿ ਜਿਹੜਾ ਦੀਪਾ ਤੇ ਜਿੰਦਾ ਆ ਦੋਨੋਂ ਹੀ ਬਾਬੇ ਦੇ ਨਾਲ ਮਿਲ ਕੇ ਕੀ ਕਹਿੰਦੇ ਆ ਕਿ ਸਾਨੂੰ ਜਿਹੜੀ ਹੈ ਕੋਈ ਨਾ ਕੋਈ ਯੋਜਨਾ ਤਿਆਰ ਕਰਨੀ ਪਏਗੀ, ਕੋਈ ਸਕੀਮ ਲੜਾਉਣੀ ਪਏਗੀ ਜਿਹਦੇ ਨਾਲ ਅਸੀਂ ਆਪਣੇ ਘਰ ਨੂੰ ਇੱਕ ਕਰ ਸਕੀਏ। ਸੋ ਜਿਹੜਾ ਦ੍ਰਿਸ਼ 8ਵਾਂ ਹੈ ਉਹਦੇ ਵਿੱਚ ਬਾਬਾ, ਦੀਪਾ ਤੇ ਜਿੰਦਾ ਆਪਣੀ ਸਕੀਮ ਨੂੰ ਅੰਜਾਮ ਦਿੰਦੇ ਹੋਏ ਨਜ਼ਰ ਆਉਣਗੇ। ਘਰ ਨੂੰ ਇੱਕ ਕਰਨ ਦੇ ਲਈ ਉਹ ਕੀ ਕਰਦੇ ਆ ਉਹ ਆਪਾਂ ਇਸ ਦ੍ਰਿਸ਼ ਦੇ ਵਿੱਚ ਦੇਖਾਂਗੇ। ਕਰਤਾਰੀ ਚੌਂਕੇ ਵਿੱਚ, ਚੌਂਕਾ ਹੁੰਦਾ ਬੇਟਾ ਰਸੋਈ ਘਰ, ਬੈਠੀ ਹੈ। ਸੱਜਣ ਬਜ਼ੁਰਗ ਦੇ ਢਾਰੇ ਚੋਂ ਬਾਹਰ ਆਉਂਦਾ, ਚਿੰਤਿਤ ਮੁਦਰਾ ਵਿੱਚ, ਚਿੰਤਿਤ ਮਤਲਬ ਪਰੇਸ਼ਾਨ ਹੈ ਸੱਜਣ। ਕਰਤਾਰ ਕੁੜੇ ਬਾਪੂ ਢਿੱਲਾ, ਢਿੱਲਾ ਮਤਲਬ ਕਿ ਜਿਹੜਾ ਬਾਪੂ ਹੈ ਉਹ ਬਿਮਾਰ ਹੈ, ਢਿੱਲਾ ਹੋਇਆ ਆ। ਚਾਹ ਚੂ ਕਰਕੇ ਦੇ ਬਿਰਧ, ਬਿਰਧ ਮਤਲਬ ਬੁੱਢਾ, ਬਿਰਧ ਸਰੀਰ ਹੈ ਕਿਤੇ ਹੋਰ ਹੀ ਭਾਣਾ ਨਾ ਵਰਤ ਜਾਏ। ਸੋ ਸੱਜਣ ਜਿਹੜਾ ਆ ਇੱਥੇ ਬਾਬੇ ਦੀ ਚਿੰਤਾ ਕਰਦਾ ਹੋਇਆ ਨਜ਼ਰ ਆਉਂਦਾ ਆ, ਕਿਉਂਕਿ ਬਾਬਾ ਜਿਹੜਾ ਸੀ ਉਹ ਕੁਝ ਢਿੱਲਾ ਹੋ ਗਿਆ ਸੀ, ਬਿਮਾਰ ਸੀ, ਇਸ ਕਰਕੇ ਉਹ ਆਪਣੀ ਪਤਨੀ ਕਰਤਾਰੀ ਨੂੰ ਕੀ ਕਹਿੰਦਾ ਆ ਕਿ ਬਿਰਧ ਸਰੀਰ ਹੈ, ਬਜ਼ੁਰਗ ਸਰੀਰ ਹੈ, ਕਿਤੇ ਕੁਝ ਹੋਰ ਹੀ ਨਾ ਹੋ ਜਾਵੇ, ਇਸ ਕਰਕੇ ਉਹਨੂੰ ਚਾਹ ਬਣਾ ਕੇ ਪਿਆਵੇ। ਕਰਤਾਰੀ, ਉਹ ਤਾਂ ਮੈਂ ਦੇ ਆਉਣੀ ਆ, ਤੂੰ ਉਹਨੂੰ ਕਿਹਾ ਨਹੀਂ ਬਈ ਇੱਧਰ ਆ ਜਾ। ਸੋ ਇੱਥੇ ਜਿਹੜੀ ਕਰਤਾਰੀ ਹੈ ਉਹ ਸੱਜਣ ਨੂੰ ਕੀ ਕਹਿੰਦੀ ਆ ਕਿ ਉਹਨੂੰ ਕੀ ਕਰਨਾ ਚਾਹੀਦਾ ਹੈ, ਬਾਬੇ ਨੂੰ ਆਪਣੇ ਘਰ ਦੇ ਅੰਦਰ ਲਿਆਉਣਾ ਚਾਹੀਦਾ ਆ। ਸੱਜਣ ਕਮਲਾ, ਮੈਂ ਇੱਕ ਵਾਰ ਕਿਹਾ ਉਹਦੀ ਉਹੀ ਰੱਟ, ਬਸ ਮੈਂ ਤਾਂ ਇੱਥੇ ਹੀ ਰਹੂੰ। ਸੋ ਇੱਥੇ ਬੇਟਾ ਜਿਹੜਾ ਹੈ ਤੁਹਾਡੇ ਵਿਸ਼ੇ ਦਾ ਪਹਿਲਾ ਪੱਖ ਆ ਜਾਂਦਾ ਆ ਕਿ ਘਰ ਨੂੰ ਇੱਕ ਕਰਨ ਦੇ ਵਿੱਚ ਕਿਸ ਨੇ ਸਾਥ ਦਿੱਤਾ, ਬਾਬੇ ਨੂੰ, ਬਾਬੇ ਦੇ ਘਰ ਨੂੰ ਇੱਕ ਕਰਨ ਦੇ ਵਿੱਚ ਬਾਬੇ ਦੀ ਜਿੱਦ ਨੇ ਬਹੁਤ ਸਾਥ ਦਿੱਤਾ। ਬਾਬੇ ਦੀ ਜਿੱਦ, ਦ੍ਰਿੜ ਇਰਾਦੇ ਤੇ ਦੀਪੇ ਤੇ ਜਿੰਦੇ ਦੇ ਸਾਥ ਨਾਲ ਜਿਹੜਾ ਸੀ ਘਰ ਇੱਕ ਹੋਇਆ ਸੀ। ਸੋ ਇਸ ਪੁਆਇੰਟ ਤੋਂ ਸਾਨੂੰ ਸਾਫ਼ ਸਿੱਧ ਹੁੰਦਾ ਹੈ ਕਿ ਬਾਬੇ ਨੇ ਇੱਕੋ ਹੀ ਰੱਟ ਫੜੀ ਹੋਈ ਸੀ, ਇੱਕੋ ਹੀ ਜਿੱਦ ਫੜੀ ਹੋਈ ਸੀ ਕਿ ਮੈਂ ਤਾਂ ਇੱਥੇ ਰਹੂੰ, ਮਤਲਬ ਕਿ ਉਹ ਜਦੋਂ ਤੱਕ ਜਿਉਂਦਾ ਰਹੇਗਾ ਉਹ ਸਿਰਫ ਆਪਣੇ ਢਾਰੇ ਦੇ ਵਿੱਚ ਹੀ ਰਹੇਗਾ, ਨਾ ਉਹ ਸੱਜਣ ਦੇ ਘਰ ਜਾਏਗਾ ਤੇ ਨਾ ਸੁੰਦਰ ਦੇ ਘਰ। ਕਰਤਾਰੀ, ਚੰਗਾ, ਚਾਹ ਪਾਉਂਦੀ ਹੋਈ, ਲੈ ਜੀ ਤੂੰ ਹੀ ਫੜਾਇਆ ਚਾਹ, ਨਾਲੇ 2 ਘੜੀ ਕੋਲ ਬਹਿਆ, ਮੈਂ ਬਾੜੇ ਚੋਂ ਪਾਥੀਆਂ, ਬਾੜਾ ਮਤਲਬ ਜਿੱਥੇ ਪਸ਼ੂ ਬੰਨੇ ਜਾਂਦੇ ਆ, ਪਾਥੀਆਂ ਦਾ ਟੋਕਰਾ ਹੀ ਲਈ ਆਵਾਂ। ਸੱਜਣ ਚਾਹ ਫੜਦਾ ਹੋਇਆ ਲਿਆ ਦੇ, ਅੰਦਰ ਜਾਂਦਾ ਹੈ। ਦੂਜੇ ਪਾਸੇ ਮੋਢੇ ਤੇ ਕਹੀ ਰੱਖੀ ਸੁੰਦਰ ਬਾਹਰੋਂ ਆਉਂਦਾ ਹੈ, ਉਟੇ ਵਿੱਚੋਂ ਪਾਣੀ ਦੀ ਗੜਵੀ ਲੈ ਕੇ ਹੱਥ ਪੈਰ ਧੋਂਦਾ ਆਵਾਜ਼ ਮਾਰਦਾ ਹੈ ਸੁੰਦਰ। ਮੈਂ ਕਿਹਾ ਜਿੰਦੇ ਦੀ ਬੇਬੇ, ਉਹ ਜਿੰਦੇ ਦੀ ਬੇਬੇ। ਸੰਤੀ ਅੰਦਰੋਂ ਆਉਂਦੀ ਹੋਈ, ਤੂੰ ਜੀ ਆ ਗਿਆ ਖੇਤੋਂ। ਸੁੰਦਰ, ਆਹੋ ਖੇਤ ਦੀ ਖੈਰਾ, ਮੱਖਿਆ ਬਾਪੂ ਕੁਝ ਢਿੱਲਾ, ਆ ਰਾਤ 'ਚ ਭਾਬੀ ਮਿਲੀ ਸੀ, ਉਹਨੇ ਦੱਸਿਆ। ਸੰਤੀ, ਭਾਬੀ ਦੇ ਨਾਂ ਤੋਂ ਨੱਕ ਬੁੱਲ ਵੱਟਣ ਲੱਗਦੀ ਹੈ ਕਿ ਅਚਾਨਕ ਠਰਮੇ ਨਾਲ, ਆਹੋ ਮੈਂ ਵੀ ਸੁਣਿਆ ਦੋਵੇਂ ਖਸਮ ਤੀਵੀ, ਦੋਵੇਂ ਖਸਮ ਤੀਵੀ ਮਤਲਬ ਸੱਜਣ ਤੇ ਉਹਦੀ ਪਤਨੀ ਕਰਤਾਰੀ ਗੱਲਾਂ ਜਿਹੀਆਂ ਕਰਦੇ, ਜਾਂ ਤੂੰ ਜਾਇਆ ਪਤਾ ਕਰਿਆ ਬੁੜੇ ਦਾ ਕਿਤੇ ਹੋਰ ਹੀ ਕੁਝ ਦਾ ਕੁਝ ਨਾ ਹੋ ਜਾਵੇ। ਸੋ ਇੱਥੇ ਜਿਹੜੀ ਹੈ ਸੁੰਦਰ ਨੂੰ ਵੀ ਪਤਾ ਲੱਗਦਾ ਆ ਕਿ ਬਜ਼ੁਰਗ ਜਿਹੜਾ ਹੈ ਉਹ ਕੁਝ ਢਿੱਲਾ ਆ, ਇਸ ਕਰਕੇ ਜਦੋਂ ਸੰਤੀ ਨੂੰ ਦੱਸਦਾ ਆ ਕਿ ਬਜ਼ੁਰਗ ਜਿਹੜਾ ਹੈ ਕੁਝ ਢਿੱਲਾ ਹੈ, ਕਿਉਂਕਿ ਉਹਨੇ ਆਪਣੀ ਭਾਬੀ ਨੂੰ ਤੇ ਭਰਾ ਨੂੰ ਜਿਹੜਾ ਹੈ ਗੱਲਾਂ ਕਰਦੇ ਸੁਣ ਲਿਆ ਸੀ, ਰਾਹ ਦੇ ਵਿੱਚ ਉਹਨੂੰ ਭਾਬੀ ਮਿਲੀ ਸੀ ਤੇ ਉਹਨੇ ਦੱਸਿਆ ਸੀ ਕਿ ਬਜ਼ੁਰਗ ਢਿੱਲਾ ਆ। ਸੋ ਇੱਥੇ ਵੀ ਜਿਹੜੀ ਹੈ ਸੰਤੀ ਉਹ
ਆਪਣੀ ਖਸਮ ਤੇ ਤੀਵੀਂ ਭਾਵ ਸੱਜਣ ਤੇ ਕਰਤਾਰੀ ਦੀਆਂ ਗੱਲਾਂ ਨੂੰ ਪਤਾ ਲੱਗਦਾ ਹੈ ਕਿ ਬਜ਼ੁਰਗ ਢਿੱਲਾ ਆ, ਤੇ ਇਸ ਕਰਕੇ ਜਿਹੜਾ ਹੈ ਉਹ ਆਪਣੇ ਪਤੀ ਸੁੰਦਰ ਨੂੰ ਕਹਿੰਦੀ ਆ ਕਿ ਉਹ ਬੁੜੇ ਦਾ ਪਤਾ ਕਰਕੇ ਆਵੇ, ਕਿਤੇ ਇਹ ਨਾ ਹੋਵੇ ਵੀ ਕੁਛ ਦਾ ਕੁਛ ਹੋ ਜਾਵੇ, ਭਾਵ ਕਿ ਕੋਈ ਜਿਹੜੀ ਹੈ ਮਾੜੀ ਘਟਨਾ ਵਾਪਰ ਜਾਵੇ। ਸੁੰਦਰ, ਤੂੰ ਮਾੜੀ ਪੱਖਿਆ ਹੁੰਦੀ ਹੈ ਬੇਟਾ ਮਾੜੀ ਬੋਲੀ ਬੋਲਣੀ, ਕੋਈ ਮਾੜੀ ਗੱਲ ਬੋਲਣੀ। ਕੱਢਿਆ ਕਰ ਮੈਂ ਕਰਦਾ ਪਤਾ ਬਾਪੂ ਦਾ, ਤੂੰ ਜਰਾ ਰੁੱਗ ਲੁਆ ਕੇ ਜਿੰਦੇ ਨੂੰ ਕਹਿ ਪੱਠੇ ਕੁਤਰ। ਰੁੱਗ ਹੁੰਦਾ ਪੱਠਿਆਂ ਦਾ ਜਿਹੜਾ ਹੈ ਜਦੋਂ ਅਸੀਂ ਮੁੱਠਾ ਬੰਨ ਲੈਂਦੇ ਨਾ ਉਹਨੂੰ ਰੁੱਗ ਕਹਿੰਦੇ ਆ, ਪੱਠਿਆਂ ਦਾ ਜਿਹੜਾ ਹੈ ਮੁੱਠੇ ਨੂੰ, ਠੀਕ ਹੈ। ਸੋ ਇਹਦੇ ਵਿੱਚ ਜਿਹੜਾ ਹੈ ਸੁੰਦਰ ਕੀ ਕਹਿੰਦਾ ਹੈ ਸੰਤੀ ਨੂੰ ਕਿ ਉਹ ਆਪਣੇ ਮੁੰਡੇ ਜਿੰਦੇ ਨੂੰ ਕੀ ਕਵੇ ਕਿ ਉਹ ਜਿਹੜਾ ਹੈ ਪੱਠੇ ਦਾ ਰੁੱਗ ਲਿਆ ਕੇ, ਮਤਲਬ ਉਹਦੇ ਪੱਠੇ ਦੀ ਪੰਡ ਲਿਆ ਕੇ ਉਹਨੂੰ ਕੁਤਰ ਛੱਡੇ ਪਸ਼ੂਆਂ ਨੂੰ ਪਾਉਣ ਦੇ ਲਈ। ਸੰਤੀ, ਜਿੰਦੇ ਅਜੇ ਕਿੱਥੇ ਮੁੜਿਆ ਸ਼ਹਿਰੋਂ। ਸੁੰਦਰ, ਚੰਗਾ ਮੈਂ ਹੀ ਆ ਕੇ ਲੱਗਦਾ, ਤੂੰ ਚਾਹ ਧਰ ਕੇ ਬਾਪੂ ਦਾ ਪਤਾ ਕਰ ਆਵਾਂ, ਨਾਲੇ ਉਹਨੂੰ ਵੀ ਦੇ ਆ ਤੁਲਸੀ ਦੇ ਪੱਤੇ ਪਾ ਲਈ, ਠੰਡ ਠੁੰਡ ਹੀ ਲੱਗੀ ਹੋ। ਸੋ ਇੱਥੇ ਰਾਜੇ ਸੱਜਣ ਤੇ ਸੁੰਦਰ ਦੋਨੋਂ ਜਿਹੜੇ ਹੈ ਉਹ ਬਜ਼ੁਰਗ ਦੀ ਚਿੰਤਾ ਕਰਦੇ ਹੋਏ ਨਜ਼ਰ ਆਉਂਦੇ ਆ। ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਬਜ਼ੁਰਗ ਢਿੱਲਾ ਆ, ਠੀਕ ਨਹੀਂ ਆ, ਤਾਂ ਵਾਰੀ ਜਿਹੜੇ ਆ ਬਜ਼ੁਰਗ ਨੂੰ ਆਪਣੇ ਘਰ ਦੇ ਅੰਦਰ ਜਾਣ ਲਈ ਕਹਿੰਦੇ ਆ, ਉਹਦੀ ਚਾਹ ਪਾਣੀ ਬਣਾਉਣ ਦੇ ਲਈ ਕਹਿੰਦੇ ਆ, ਤਾਂ ਕਿ ਜੇਕਰ ਬਜ਼ੁਰਗ ਦਾ ਜਿਹੜਾ ਸਰੀਰ ਆ ਉਹ ਬਿਰਧ ਆ, ਠੰਡ ਠੁੰਡ ਲੱਗੀ ਆ ਤੇ ਉਹਨੂੰ ਆਰਾਮ ਪੈ ਜਾਵੇ। ਸੁੰਦਰ ਬਜ਼ੁਰਗ ਦੇ ਢਾਰੇ ਵੱਲ ਜਾਂਦਾ ਹੈ, ਸੰਤੀ ਅੰਦਰ ਚਾਹ ਦਾ ਸਮਾਨ ਲੈਣ ਜਾਂਦੀ ਹੈ। ਦ੍ਰਿਸ਼ 9ਵਾਂ। ਸੋ ਦ੍ਰਿਸ਼ 8ਵੇਂ ਦੇ ਵਿੱਚ ਰਾਜੇ ਉਹਨਾਂ ਦੀ ਜਿਹੜੀ ਸਕੀਮ ਸੀ ਉਹ ਉਹਨਾਂ ਨੇ ਐਗਜ਼ੀਕਿਊਟ ਕਰ ਦਿੱਤੀ, ਅਪਲਾਈ ਕਰ ਦਿੱਤੀ। ਉਹਨੂੰ ਜਿਹੜਾ ਸੀ ਦੱਸ ਦਿੱਤਾ ਕਿ ਬਾਬਾ ਜਿਹੜਾ ਹੈ ਉਹ ਬਿਮਾਰ ਹੋ ਜਾਂਦਾ ਆ, ਪਰ ਬਾਬਾ ਅਸਲ ਮਾਇਨੇ ਦੇ ਵਿੱਚ ਬਿਮਾਰ ਨਹੀਂ ਸੀ। ਇਹ ਉਹਨਾਂ ਦੀ ਸਕੀਮ ਦਾ ਹੀ ਹਿੱਸਾ ਸੀ ਕਿ ਬਾਬਾ ਜਿਹੜਾ ਹੈ ਉਹ ਬਿਮਾਰ ਹੋਏਗਾ ਤੇ ਜਿਹੜਾ ਹੈ ਇਹਦੇ ਵਿੱਚ ਉਹ ਆਪਣੀ ਜ਼ਿੱਦ ਫੜ ਲਏਗਾ ਕਿ ਉਹਨੇ ਜਿਹੜਾ ਹੈ ਕਿਸੇ ਦੇ ਘਰ ਦੇ ਵਿੱਚ ਵੀ ਨਹੀਂ ਜਾਣਾ, ਆਪਣੇ ਢਾਰੇ ਦੇ ਵਿੱਚ ਹੀ ਰਹਿਣਾ ਹੈ। ਦ੍ਰਿਸ਼ 9ਵਾਂ। ਦਿਨ ਦਾ ਸਮਾਂ। ਬਾਪੂ ਦਾ ਮੰਜਾ ਦੋਹਾਂ ਘਰਾਂ ਦੇ ਵਿਚਕਾਰ ਵਿਚਕਾਰ ਡਾਇਆ ਹੋਇਆ ਹੈ। ਦੋਨੋਂ ਘਰ ਮਤਲਬ ਸੱਜਣ ਤੇ ਸੁੰਦਰ ਦਾ ਜਿਹੜਾ ਵਿਚਕਾਰ ਜਗ੍ਹਾ ਹੈ ਉਹਦੇ ਵਿੱਚ ਬਜ਼ੁਰਗ ਦਾ ਮੰਜਾ ਆ। ਸਾਰਾ ਪਰਿਵਾਰ ਉਹਦੇ ਮੰਜੇ ਦੇ ਆਲੇ ਦੁਆਲੇ ਹੈ। ਸੱਜਣ ਤੇ ਸੁੰਦਰ ਮੰਜੇ ਦੇ ਪੈਂਦ ਸਰਾਣੀ, ਪੈਂਦ ਮਤਲਬ ਪੈਰ ਵਾਲੇ ਪਾਸੇ ਤੇ ਸਰਾਣੀ ਮਤਲਬ ਜਿਹੜਾ ਹੈ ਉਹਦੇ ਬਾਬੇ ਦੇ ਮੰਜੇ ਦੇ ਹੀ ਇੱਕ ਸਿਰ ਦੇ ਵਾਲੇ ਪਾਸੇ ਤੇ ਇੱਕ ਪੈਰਾਂ ਵਾਲੇ ਪਾਸੇ ਬੈਠੇ ਆ, ਤੇ ਕਰਤਾਰੀ ਸੰਤੀ ਦੋਨੋਂ ਪੀੜੀਆਂ ਤੇ ਜਿਹੜੀਆਂ ਆ ਉਹ ਹੇਠਾਂ ਬੈਠੀਆਂ ਆ। ਦੀਪਾ ਜਿੰਦਾ ਪਿੱਛੇ ਉਦਾਸ ਜੇ ਖੜੇ ਨੇ। ਸੱਜਣ, ਬਾਪੂ ਜਿੱਦ ਛੱਡ, ਤੂੰ ਢਿੱਲਾ ਬਾਲ ਹੈ, ਚੱਲ ਘਰ ਚਲੀਏ, ਅੰਦਰ ਰਜਾਈ 'ਚ ਨਿੱਘਾ ਹੋ ਕੇ ਪੈ, ਮੈਂ ਬਨਾਰਸੀ ਵੈਦ ਨੂੰ ਲਿਆਉਣਾ ਜਾ ਕੇ। ਸੋ ਸੱਜਣ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਬਜ਼ੁਰਗ ਠੀਕ ਹੋ ਜਾਵੇ, ਇਸ ਕਰਕੇ ਬਜ਼ੁਰਗ ਦਾ ਇਲਾਜ ਕਰਾਉਣ ਦੇ ਲਈ ਵੈਦ ਨੂੰ, ਦੇਸੀ ਜਿਹੜਾ ਦਵਾਈਆਂ ਦੇ ਨਾਲ ਇਲਾਜ ਕਰਦਾ ਨਾ ਵੈਦ ਹਕੀਮ, ਉਹਨੂੰ ਸੱਦਣ ਦੀ ਗੱਲ ਕਰਦਾ ਆ। ਬਜ਼ੁਰਗ ਹੌਕਦਾ ਹੋਇਆ ਨਾ ਜਮਾ ਨਹੀਂ। ਸੋ ਇੱਥੇ ਫਿਰ ਬਜ਼ੁਰਗ ਦੀ ਜਿੱਦ ਹੈ ਕਿ ਉਹਨੇ ਬਿਲਕੁਲ ਨਹੀਂ ਜਾਣਾ ਘਰ ਦੇ ਅੰਦਰ, ਨਾ ਉਹਨੇ ਸੱਜਣ ਦੇ ਘਰ ਜਾਣਾ ਨਾ ਸੁੰਦਰ ਦੇ ਘਰ ਜਾਣਾ, ਉੱਥੇ ਹੀ ਉਹਨੇ ਰਹਿਣਾ ਹੈ। ਸੁੰਦਰ, ਬਾਪੂ ਮੰਨ ਲਿਆ ਕਰ ਕਿਸੇ ਦੀ, ਤੂੰ ਚੱਲ ਮੇਰੇ ਅਲ ਚੱਲ, ਅੰਦਰ ਆਰਾਮ ਨਾ ਪੈ, ਸੰਤੀਏ ਤੂੰ ਚਾਹ ਬਣਾ, ਮੈਂ ਸ਼ਹਿਰੋਂ ਡਾਕਟਰ ਸੱਦ ਕੇ ਲਿਆਉਣਾ। ਜਾਣ ਲੱਗਦਾ ਹੈ ਕਿ ਬਜ਼ੁਰਗ ਰੋਕਦਾ ਹੈ। ਬਜ਼ੁਰਗ ਔਖੀ ਆਵਾਜ਼ 'ਚ, ਉਹ ਕੰਜਰੋ ਮੇਰਾ ਇੱਕ ਵਾਰ ਕਿਹਾ ਨਹੀਂ ਸੁਣੀਂਦਾ, ਮੈਂ ਕਿਸੇ ਪਾਸੇ ਨਹੀਂ ਜਾਣਾ। ਇਹ ਜਿੰਨੇ ਪੁਆਇੰਟ ਆ ਬੇਟਾ ਸਾਰੇ ਬਜ਼ੁਰਗ ਦੀ ਜਿੱਦ ਨੂੰ ਤੁਹਾਡੇ ਸਾਹਮਣੇ ਬਿਆਨ ਕਰਦੇ ਆ। ਸੋ ਜੇ ਤੁਸੀਂ ਆਪਣੇ ਆਨਸਰ 'ਚ ਐਗਜ਼ਾਮਪਲਸ ਦੇਣੀਆਂ ਹੋਣ ਤਾਂ ਇਹ ਤੁਸੀਂ ਐਗਜ਼ਾਮਪਲਸ ਚੱਕ ਕੇ ਦੇ ਸਕਦੇ ਆ ਕਿ ਕਿੱਥੋਂ ਪਤਾ ਲੱਗਦਾ ਕਿ ਘਰ ਨੂੰ ਇੱਕ ਕਰਨ ਵਿੱਚ ਬਾਬੇ ਦੀ ਜਿੱਦ ਨੇ ਸਹਾਇਤਾ ਕੀਤੀ ਸੀ। ਸੋ ਇੱਥੋਂ ਸਾਫ਼ ਪਤਾ ਲੱਗਦਾ ਕਿ ਜਦੋਂ ਸੱਜਣ ਤੇ ਸੁੰਦਰ ਵਾਰੀ ਬਾਬੇ ਨੂੰ ਇਲਾਜ ਕਰਾਉਣ ਲਈ ਕਹਿੰਦੇ ਆ, ਘਰ ਦੇ ਅੰਦਰ ਜਾਣ ਲਈ ਕਹਿੰਦੇ ਆ, ਤੇ ਬਾਬਾ ਜਿਹੜਾ ਹੈ ਬਿਲਕੁਲ ਮਨਾ ਕਰਦਾ ਹੈ। ਤੇ ਉਹ ਕੀ ਕਹਿੰਦਾ ਆ ਕਿ ਉਹਦਾ ਇੱਕ ਵਾਰ ਕਿਹਾ ਸੁਣਦਾ ਨਹੀਂ, ਕਿ ਉਹਨੇ ਕਿਸੇ ਪਾਸੇ ਵੀ ਨਹੀਂ ਜਾਣਾ, ਉਹ ਆਪਣੀ ਜ਼ਿੱਦ ਤੇ ਅੜਿਆ ਹੋਇਆ ਸੀ। ਸੱਜਣ ਥੋੜਾ ਗੁੱਸੇ 'ਚ, ਹੋਰ ਇੱਥੇ ਮਰਨਾ ਹੈ ਬਾਹਰ ਵਿਹੜੇ 'ਚ। ਸੁੰਦਰ, ਬਾਪੂ ਸੋਚ ਜਰਾ, ਲੋਕ ਕੀ ਕਹਿਣਗੇ ਬਈ, ਨੱਥੇ ਕਿਆ ਦੇ ਟੱਬਰ। ਹੁਣ ਇੱਥੇ ਤੁਹਾਨੂੰ ਬੇਟਾ ਪਤਾ ਲੱਗ ਗਿਆ ਕਿ ਸੱਜਣ ਤੇ ਸੁੰਦਰ ਦੇ ਟੱਬਰ ਦੀ ਜਿਹੜੀ ਕਾਸਟ ਸੀ ਉਹ ਨੱਥੇ ਕਿਆ ਸੀ, ਮਤਲਬ ਜਿੱਦਾਂ ਸਾਡੀ ਸਬ ਕਾਸਟ ਹੁੰਦੀ ਨਾ ਨਾਮ ਦੇ ਨਾਲ, ਉਹਨਾਂ ਦਾ ਟੱਬਰ ਦਾ ਨਾਮ ਨੱਥੇ ਸੀਗਾ, ਸਬ ਕਾਸਟ। ਨੱਥੇ ਕਿਆਂ ਦੇ ਟੱਬਰ ਦਾ ਬੁੜਾ ਬਾਹਰ ਮਰ ਗਿਆ ਅੱਧ ਵਿਚਕਾਰ। ਸੋ ਸੁੰਦਰ ਜਿਹੜਾ ਹੈ ਉਹ ਚਿੰਤਾ ਕਰਦਾ ਆ ਕਿ ਜੇ ਬਾਪੂ ਨੂੰ ਕੁਝ ਹੋ ਗਿਆ, ਬਜ਼ੁਰਗ ਸਰੀਰ ਆ, ਜੇ ਕੁਝ ਵੀ ਬਾਹਰ ਪਏ ਨੂੰ ਹੋ ਗਿਆ ਤਾਂ ਲੋਕ ਜਿਹੜੇ ਆ ਉਹ ਗੱਲਾਂ ਕਰਨਗੇ ਕਿ ਨੱਥੇ ਕਿਆਂ ਦਾ ਜਿਹੜਾ ਬੁੱਢਾ ਸੀ ਉਹ ਬਾਹਰ ਪਿਆ ਹੀ ਜਿਹੜਾ ਹੈ ਉਹ ਮਰ ਗਿਆ ਹੈ। ਬਜ਼ੁਰਗ, ਚਾਹੇ ਕੋਈ ਕੁਛ ਕਹੇ ਮੈਨੂੰ ਨਹੀਂ ਪਰਵਾਹ, ਮੈਂ 100 ਦੀ ਇੱਕ ਸੁਣਾਤੀ ਬਈ, ਮੈਂ ਅੱਡ ਹੋਏ ਘਰਾਂ 'ਚ ਨਹੀਂ ਜਾਣਾ। ਬਾਬੇ ਦਾ ਦ੍ਰਿੜ ਇਰਾਦਾ, ਪੱਕਾ ਨਿਸ਼ਚਾ ਕਿ ਉਹਨੇ ਜਿਹੜਾ ਹੈ ਵੰਡੇ ਹੋਏ ਘਰਾਂ ਦੇ ਵਿੱਚ ਨਹੀਂ ਜਾਣਾ। ਨਾਲੇ
ਅੱਜ ਦੀ ਗੱਲ ਹੈ, ਜਿਵੇਂ ਤੁਹਾਨੂੰ ਪਤਾ ਨਹੀਂ, ਜਿੱਦਣ ਦਾ ਇਹ ਵੰਡ ਵੰਡਾਰਾ ਹੋਇਆ ਮੈਂ ਪਾਇਆ ਕਦਮ ਤੁਹਾਡੇ ਦੋਹਾਂ ਦੇ ਘਰਾਂ 'ਚ। ਘਰ ਸ਼ਬਦ ਤੇ ਵਿਅੰਗ ਨਾਲ ਕਹਿੰਦਾ ਹੈ। ਸੋ ਬਾਬਾ ਜਿਹੜਾ ਹੈ ਉਹਨਾਂ ਦੇ ਆਪਣੇ ਪੁੱਤਰਾਂ ਨੂੰ ਗਲਤੀ ਦਾ ਅਹਿਸਾਸ ਕਰਾਉਂਦਾ ਆ ਕਿ ਜਦੋਂ ਦਾ ਇਸ ਘਰ ਦਾ ਵੰਡ ਵੰਡਾਰਾ ਹੋਇਆ ਆ ਉਹਨੇ ਕਦੀ ਵੀ ਆਪਣੇ ਮੁੰਡਿਆਂ ਦੇ ਘਰ ਵਿੱਚ ਵੜ ਕੇ ਨਹੀਂ ਦੇਖਿਆ, ਤੇ ਜਾਣ ਕੇ ਘਰ ਸ਼ਬਦ ਤੇ ਵਿਅੰਗ ਕਰਦਾ ਹੈ। ਭਾਵ ਉਹ ਕੀ ਕਹਿੰਦਾ ਹੈ ਕਿ ਉਹਨਾਂ ਨੇ, ਉਹਦੇ ਪੁੱਤਰਾਂ ਨੇ ਤੇ ਉਹਦੀਆਂ ਨੂੰਹਾਂ ਨੇ ਘਰ ਨੂੰ ਘਰ ਰਹਿਣ ਹੀ ਨਹੀਂ ਦਿੱਤਾ, ਕਿਉਂਕਿ ਘਰ ਜਿਹੜਾ ਹੈ ਉਹ ਜਗ੍ਹਾ ਹੈ ਜਿੱਥੇ ਕਿ ਸਾਰੇ ਪਰਿਵਾਰ ਆਪਸ ਦੇ ਵਿੱਚ ਮਿਲ ਜੁਲ ਕੇ ਪਿਆਰ ਦੇ ਨਾਲ ਰਹਿੰਦਾ ਆ, ਇੱਕ ਦੂਜੇ ਦੇ ਦੁੱਖ ਸੁੱਖ ਦਾ ਸਾਂਝੀਵਾਲ ਹੁੰਦਾ ਆ। ਪਰ ਬਾਬੇ ਦੇ ਘਰ ਦੇ ਵਿੱਚ ਤਾਂ ਕੁਛ ਅਜਿਹਾ ਹੈ ਹੀ ਨਹੀਂ ਸੀ, ਕਿਉਂਕਿ ਨੂੰਹਾਂ ਦੇ ਕਲੇਸ਼ ਨੇ ਜਿਹੜਾ ਹੈ ਸਾਰੇ ਜੀਆਂ ਦਾ ਆਪਸੀ ਪਿਆਰ, ਆਪਸੀ ਸਾਂਝ ਖਤਮ ਕਰ ਦਿੱਤੀ ਸੀ। ਇਸ ਕਰਕੇ ਬਾਬਾ ਜਿਹੜਾ ਹੈ ਘਰ ਸ਼ਬਦ ਤੇ ਵਿਅੰਗ ਕਰਦਾ ਹੈ। ਸੱਜਣ, ਉਹ ਇਹ ਤਾਂ ਠੀਕ ਹੈ ਬਾਪੂ ਜੀ ਮਹਾਰਾਜ, ਪਰ ਹੁਣ ਤੂੰ ਬਿਮਾਰ ਹੈ, ਤਮੀਰਦਾਰੀ ਦੀ ਲੋੜ, ਤਮੀਰਦਾਰੀ ਮਤਲਬ ਸੇਵਾ ਦੀ ਲੋੜ ਹੈ। ਹੁਣ ਤਾਂ ਇੱਕ ਥਾਂ ਟਿਕਿਆ ਹੀ ਸਰੂ। ਸੱਜਣ ਜਿਹੜਾ ਆ ਬਾਬੇ ਨੂੰ ਸਮਝਾਉਣਾ ਚਾਹੁੰਦਾ ਆ ਕਿ ਬਜ਼ੁਰਗ ਸਰੀਰ ਆ, ਬਿਮਾਰ ਆ, ਇਸ ਸਮੇਂ ਉਹਦੀ ਸੇਵਾ ਹੋਣੀ ਚਾਹੀਦੀ ਹੈ। ਇਸ ਕਰਕੇ ਉਹ ਜਿਹੜਾ ਆ ਇੱਦਾਂ ਅੰਦਰ ਬਾਹਰ ਮੰਜਾ ਨਾ ਕਰਾਵੇ, ਕਿਸੇ ਇੱਕ ਘਰ ਦੇ ਵਿੱਚ ਜਾ ਕੇ ਉਹ ਆਰਾਮ ਦੇ ਨਾਲ ਰਹੇ। ਸੁੰਦਰ, ਹੋਰ ਨਾਲੇ ਇੱਥੇ ਪਿਆਇਓ ਠੰਡ ਚ ਆਕੜ ਜਾਏਗਾ ਸ਼ਾਮ ਤੱਕ। ਬਜ਼ੁਰਗ, ਮੈਂ ਤਾਂ ਮਾੜੀ ਜੀ ਧੁੱਪ ਦੇਖ ਕੇ ਮੁੰਡਿਆਂ ਤੋਂ ਕਢਵਾਇਆ ਸੀ ਮੰਜਾ ਬਾਹਰ। ਬਹੁਤ ਕਰ ਦਿਓ, ਮੇਰਾ ਮੰਜਾ ਅੰਦਰ ਫੇਰ ਢਾਰੇ 'ਚ ਕਰ ਦਿਓ, ਮੈਂ ਰਹੂੰ ਲੀਕ ਦੇ ਉੱਤੇ। ਲੀਕ ਮਤਲਬ ਜਿਹੜਾ ਉਹਦੀ ਢਾਰੇ ਦੇ ਅੱਗੇ ਗੱਡੇ ਦਾ ਪਹੀਆ ਪਿਆ ਸੀ, ਉਹ ਉਸ ਘਰ ਦੀ ਲੀਕ ਸੀ। ਮਤਲਬ ਕਿ ਇੱਕ ਸਾਂਝਾ ਘਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਚੁੱਕਾ ਹੈ। ਸੋ ਬਜ਼ੁਰਗ ਜਿਹੜਾ ਹੈ ਇੱਥੇ ਦ੍ਰਿੜ ਨਿਸ਼ਚੇ ਦੇ ਨਾਲ ਕਹਿੰਦਾ ਆ ਕਿ ਉਹਨੇ ਜਿਹੜਾ ਹੈ ਕਿਸੇ ਘਰ ਦੇ ਵਿੱਚ ਨਹੀਂ ਜਾਣਾ, ਉਹਨੇ ਆਪਣੇ ਢਾਰੇ ਦੇ ਵਿੱਚ ਹੀ ਰਹਿਣਾ ਆ, ਔਰ ਉਹ ਜਿਹੜਾ ਹੈ ਉਸੇ ਲੀਕ ਦੇ ਉੱਪਰ, ਮਤਲਬ ਉਸੇ ਨਿਸ਼ਾਨ ਦੇ ਉੱਪਰ ਹੀ ਰਹੇਗਾ ਜਿੱਥੇ ਉਹ ਇੰਨੇ ਚਿਰਾਂ ਤੋਂ ਰਹਿ ਰਿਹਾ ਆ। ਸੱਜਣ, ਬਾਪੂ ਕਿਉਂ ਕਮਲੀਆਂ ਮਾਰਦਾ, ਤੈਨੂੰ ਇਕੱਲੇ ਨੂੰ ਕਿਵੇਂ ਛੱਡ ਦਈਏ, ਹੁਣ ਔਖਾ ਭਾਰਾ ਹੁੰਦਾ ਆ। ਬਜ਼ੁਰਗ, ਕਿਉਂ ਅੱਜ ਹੋਇਆ ਮੈਂ ਇਕੱਲਾ, ਮੈਂ ਤਾਂ ਕਦ ਦਾ ਇਕੱਲਾ। ਹੁਣ ਇੱਥੇ ਜਿਹੜਾ ਹੈ ਬਾਬਾ ਫਿਰ ਇਕੱਲੇ ਸ਼ਬਦ ਦੇ ਉੱਪਰ ਜ਼ੋਰ ਦਿੰਦਾ ਹੈ, ਕਿਉਂਕਿ ਬਾਬਾ ਜਿਹੜਾ ਹੈ ਇੱਥੇ ਸਮਝਾਉਣਾ ਚਾਹੁੰਦਾ ਆ ਕਿ ਉਹ ਅੱਜ ਇਕੱਲਾ ਨਹੀਂ ਹੋਇਆ, ਬਿਮਾਰੀ ਦੀ ਹਾਲਤ 'ਚ ਇਕੱਲਾ ਨਹੀਂ ਹੋਇਆ। ਉਹ ਤਾਂ ਉਸ ਸਮੇਂ ਦਾ ਇਕੱਲਾ ਹੈ ਜਦੋਂ ਦੀ ਬੇਬੇ ਮਤਲਬ ਬਜ਼ੁਰਗ ਦੀ ਪਤਨੀ ਉਹਨੂੰ ਛੱਡ ਕੇ ਚਲੇ ਗਈ ਸੀ, ਤੇ ਦੋਨੋਂ ਉਹਦੇ ਮੁੰਡੇ ਜਿਹੜੇ ਆ ਉਹ ਆਪਣੀਆਂ ਆਪਣੀਆਂ ਵਹੁਟੀਆਂ ਦੇ ਨਾਲ ਅਲੱਗ-ਅਲੱਗ ਘਰਾਂ ਦੇ ਵਿੱਚ ਰਹਿਣ ਲੱਗ ਪਏ ਸੀ। ਸੋ ਉਸ ਸਮੇਂ ਤੋਂ ਜਿਹੜਾ ਬਜ਼ੁਰਗ ਹੈ ਉਹ ਅਲੱਗ ਹੀ ਆਪਣੇ ਢਾਰੇ ਦੇ ਵਿੱਚ ਰਹਿ ਰਿਹਾ ਆ, ਇਕੱਲਾ ਰਹਿ ਰਿਹਾ ਆ। ਸੋ ਇੱਥੇ ਜਿਹੜਾ ਬਾਬਾ ਹੈ ਆਪਣੀ ਇਕੱਲਤਾ ਦਾ ਅਹਿਸਾਸ ਆਪਣੇ ਬੱਚਿਆਂ ਨੂੰ ਕਰਾਉਂਦਾ ਆ ਕਿ ਅੱਜ ਉਹ ਬਿਮਾਰ ਹੋਣ ਤੇ ਇਕੱਲਾ ਨਹੀਂ ਹੋਇਆ, ਉਹ ਤਾਂ ਬਹੁਤ ਸਾਲਾਂ ਤੋਂ ਇਕੱਲਾ ਹੀ ਰਹਿ ਰਿਹਾ ਆ। ਦ੍ਰਿੜਤਾ ਨਾਲ ਬੋਲਦਾ ਹੈ, ਇਕੱਲੇ ਸ਼ਬਦ ਤੇ ਜ਼ੋਰ ਦਿੰਦਾ ਹੈ। ਸੋ ਜਿਹੜਾ ਹੈ ਇੱਥੇ ਉਹ ਦੱਸਦਾ ਹੈ ਕਿ ਇਕੱਲਾ ਅੱਜ ਨਹੀਂ ਹੋਇਆ। ਉਹਦੀ ਜਦੋਂ ਵਹੁਟੀ ਉਹਨੂੰ ਛੱਡ ਕੇ ਗਈ ਸੀ ਤਾਂ ਉਹ ਇਕੱਲਾ ਹੀ ਰਹਿ ਗਿਆ ਸੀ, ਪਰ ਉਹ ਕੋਲ ਆਪਣੇ ਪੁੱਤਰਾਂ ਦਾ ਸਾਥ ਸੀ, ਪਰ ਉਹ ਵਹੁਟੀਆਂ ਦੇ ਜਿਹੜਾ ਹੈ ਕਲੇਸ਼ ਕਾਰਨ ਉਹ ਵੀ ਦੋਨੋਂ ਅਲੱਗ-ਅਲੱਗ ਹੋ ਗਏ ਆ, ਜਿਸ ਕਰਕੇ ਬਾਪੂ ਜਿਹੜਾ ਹੈ ਉਹ ਇਕੱਲਾ ਹੀ ਆਪਣੇ ਢਾਰੇ ਦੇ ਵਿੱਚ ਰਹਿ ਗਿਆ। ਦੀਪਾ ਥੋੜਾ ਸੱਜਣ ਨੂੰ ਜੱਕ ਕੇ, ਬਾਪੂ ਜੀ ਤੁਸੀਂ ਬਾਬਾ ਜੀ ਦੀ ਗੱਲ ਕਿਉਂ ਨਹੀਂ ਸਮਝਦੇ? ਹਾਂ ਤਾਂ ਅਸੀਂ ਨਿਆਣੇ, ਤੁਹਾਨੂੰ ਸਮਝਾਉਂਦੇ ਚੰਗੇ ਨਹੀਂ ਲੱਗਦੇ, ਪਰ ਤੁਸੀਂ ਵਿਚਾਰੋ ਤਾਂ ਸਹੀ। ਵਿਚਾਰੋ ਮਤਲਬ ਇਸ ਗੱਲ ਤੇ ਗੌਰ ਤਾਂ ਕਰੋ। ਸੋ ਦੀਪਾ ਜਿਹੜਾ ਹੈ ਸਭ ਤੋਂ ਪਹਿਲਾਂ ਆਪਣੇ ਬਾਪੂ ਸੱਜਣ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਕਿ ਉਹਨਾਂ ਨੂੰ ਬਾਪੂ ਜੀ ਦਾ ਦਿਲ ਸਮਝਣਾ ਚਾਹੀਦਾ ਹੈ। ਉਹ ਜਿਹੜਾ ਹੈ ਕਹਿੰਦਾ ਆ ਕਿ ਨਿਆਣੇ ਆ, ਅਸੀਂ ਤਾਂ ਨਿਆਣੇ ਆ, ਮਾਪਿਓ ਨੂੰ ਸਮਝਾਉਂਦੇ ਚੰਗੇ ਨਹੀਂ ਲੱਗਦੇ, ਪਰ ਉਹਨਾਂ ਨੂੰ ਜਿਹੜਾ ਹੈ ਉਹ ਤੁਹਾਨੂੰ ਜਿਹੜਾ ਹੈ ਸਮਝਾਉਂਦੇ ਚੰਗੇ ਨਹੀਂ ਲੱਗਦੇ, ਪਰ ਤੁਸੀਂ ਵਿਚਾਰੋ ਤਾਂ ਸਹੀ। ਮਤਲਬ ਇਸ ਚੀਜ਼ ਵੱਲ ਧਿਆਨ ਦਿਓ ਕਿ ਅਸਲ ਮਾਇਨੇ 'ਚ ਬਾਬਾ ਜੀ ਚਾਹੁੰਦੇ ਕੀ ਆ। ਜਿੰਦਾ ਸੁੰਦਰ ਨੂੰ, ਬਾਬਾ ਜੀ ਨੇ ਹਾਲੇ ਤੱਕ ਇਸ ਘਰ ਦੇ ਦੋ ਟੋਟੇ ਮੰਨੇ ਨਹੀਂ, ਤਾਂ ਹੀ ਇੰਨੇ ਸਾਲਾਂ ਤੋਂ ਇਕੱਲੇ ਢਾਰੇ 'ਚ ਬੈਠੇ ਆ, ਤੁਸੀਂ ਉਹਨਾਂ ਦਾ ਮਨ ਕਿਉਂ ਨਹੀਂ ਪੜ੍ਹਦੇ? ਸੋ ਜਿੱਦਾਂ ਦੀਪਾ ਆਪਣੇ ਬਾਪੂ ਸੱਜਣ ਨੂੰ ਸਮਝਾਉਂਦਾ ਆ, ਉਸੇ ਤਰ੍ਹਾਂ ਜਿੰਦਾ ਜਿਹੜਾ ਹੈ ਉਹ ਆਪਣੇ ਬਾਪੂ ਸੁੰਦਰ ਨੂੰ ਸਮਝਾਉਂਦਾ ਹੈ ਕਿ ਜਿਹੜਾ ਬਾਬਾ ਜੀ ਆ ਉਹਨਾਂ ਨੇ ਹਜੇ ਤੱਕ ਇਸ ਘਰ ਦੇ ਦੋ ਟੋਟੇ ਦਿਲੋਂ ਨਹੀਂ ਮੰਨੇ, ਕਿਉਂਕਿ ਬਾਬਾ ਜੀ ਨੇ ਇਹ ਘਰ ਜਿਹੜਾ ਹੈ ਬਹੁਤ ਹੀ ਪਿਆਰ ਦੇ ਨਾਲ ਫੂਹੀ ਕਰਕੇ ਬਣਾਇਆ ਸੀ। ਉਹਨਾਂ ਨੇ ਘਰ ਜਿਹੜਾ ਹੈ ਰੌਲੇ ਗੋਲਿਆਂ ਦੇ ਜਿਹੜਾ ਹੈ ਕਹਿੰਦੇ ਹੋਏ ਦੁੱਖਾਂ ਨੂੰ ਸਹਿੰਦੇ ਹੋਏ ਕਦੀ ਨਾ ਚੰਗਾ ਖਾਧਾ ਨਾ ਚੰਗਾ ਹੰਡਾਇਆ, ਔਰ ਇਸ ਘਰ ਨੂੰ ਸੰਜੋਂਦੇ ਰਹੇ ਸਾਰੀ ਉਮਰ। ਪਰ ਉਹਨਾਂ ਦੇ ਪੁੱਤਰਾਂ ਦੀਆਂ ਵਹੁਟੀਆਂ ਦੇ ਕਲੇਸ਼ ਕਾਰਨ ਘਰ ਦੇ ਦੋ ਟੁੱਟੇ ਹੋ ਗਏ ਸਨ, ਪਰ ਬਾਪੂ ਜਿਹੜਾ ਹੈ ਉਹ ਘਰ ਦੇ ਦੋ ਟੁੱਟੇ ਨਹੀਂ ਚਾਹੁੰਦਾ ਸੀ। ਇਸ ਕਰਕੇ ਜਿਹੜਾ ਹੈ ਜਿੰਦਾ ਕਹਿੰਦਾ ਆ ਕਿ ਬਾਪੂ ਆਪਣੇ ਢਾਰੇ 'ਚ ਇਕੱਲਾ ਹੀ ਹੈ, ਇਸ ਕਰਕੇ ਉਹਨਾਂ ਨੂੰ ਬਾਪੂ ਜੀ ਦਾ ਦਿਲ ਪੜ੍ਹਨਾ ਚਾਹੀਦਾ, ਮਨ ਪੜ੍ਹਨਾ ਚਾਹੀਦਾ ਆ। ਦੀਪਾ
ਪਹਿਲਾਂ ਉਹ ਆਪਣੇ ਆਪਣੇ ਬਾਪੂ ਨੂੰ ਸਮਝਾਉਂਦੇ ਆ, ਫਿਰ ਬੇਬੇ ਨੂੰ, ਕਰਤਾਰੀ ਨੂੰ। ਦੀਪਾ ਜਿਹੜਾ ਹੈ ਆਪਣੀ ਮਾਂ ਕਰਤਾਰੀ ਨੂੰ ਸਮਝਾਉਂਦਾ ਆ, ਬੇਬੇ ਤੁਹਾਡੇ ਕਜੀਏ ਕਲੇਸ਼ ਨੇ ਘਰ 'ਚ ਵੰਡੀਆਂ ਪਵਾਈਆਂ, ਬਾਬੇ ਦਾ ਦਿਲ ਅੱਡ ਦੁਖਾਇਆ, ਇਹਨਾਂ ਨੂੰ ਬਾਪੂ ਤੇ ਚਾਚੇ ਵੱਲ ਅੱਡ ਤਪਾਇਆ ਮਤਲਬ ਦੁਖੀ ਕੀਤਾ। ਸੋ ਦੀਪਾ ਜਿਹੜਾ ਹੈ ਆਪਣੀ ਮਾਂ ਕਰਤਾਰੀ ਨੂੰ ਕਹਿੰਦਾ ਆ ਕਿ ਉਹਨਾਂ ਦੇ ਜਿਹੜੇ ਰੋਜ਼ ਦੇ ਘਰ ਵਿੱਚ ਹੁੰਦੇ ਕਲੇਸ਼ ਕਾਰਨ ਵੰਡੀਆਂ ਪੈ ਗਈਆਂ, ਮਤਲਬ ਸਾਂਝਾ ਘਰ ਦੋ ਹਿੱਸਿਆਂ 'ਚ ਵੰਡਿਆ ਗਿਆ ਆ। ਇਹਦੇ ਨਾਲ ਬਾਬਾ ਤਾਂ ਜਿਹੜਾ ਹੈ ਉਹ ਦੁਖੀ ਹੋਇਆ ਹੀ ਹੈ, ਪਰ ਇਹਦੇ ਨਾਲ ਜਿਹੜਾ ਹੈ ਬਾਪੂ ਤੇ ਚਾਚਾ ਦੋਨੋਂ ਹੀ ਜਿਹੜੇ ਆ ਬਹੁਤ ਪਰੇਸ਼ਾਨ ਹੋਏ ਆ। ਜਿੰਦਾ ਜਿਹੜਾ ਹੈ ਆਪਣੀ ਮਾਂ ਸੰਤੀ ਨੂੰ ਸਮਝਾਉਂਦਾ ਆ, ਜੇ ਹੁਣ ਵੀ ਭਲੀ ਲੋੜਦੇ ਹੋ ਵਿੱਚ ਚੰਗਾ ਸੋਚਦੇ ਹੋ, ਛੱਡ ਦਿਓ ਹਿੱਡ ਹੁੰਦਾ ਜਿੱਦ ਛੱਡ ਦਿਓ, ਇਹਨਾਂ ਕਲੇਸ਼ਾਂ ਨੇ ਕਦੇ ਕਿਸੇ ਦਾ ਕੁਝ ਨਹੀਂ ਸਵਾਰਿਆ। ਸੋ ਜਿੰਦਾ ਜਿਹੜਾ ਆ ਆਪਣੀ ਮਾਂ ਨੂੰ ਸਮਝਾਉਂਦਾ ਆ ਕਿ ਜੇਕਰ ਹਜੇ ਵੀ ਉਹ ਘਰ ਦੀ ਸੁੱਖ ਸ਼ਾਂਤੀ ਚਾਹੁੰਦੇ ਨੇ, ਭਲਾ ਚਾਹੁੰਦੇ ਨੇ, ਤੇ ਆਪਣੀ ਜਿਹੜੀ ਹੈ ਇਹ ਜਿੱਦ ਛੱਡ ਦੇਣ, ਕਿਉਂਕਿ ਇਹਨਾਂ ਕਲੇਸ਼ਾਂ ਨੇ ਕਦੇ ਵੀ ਕਿਸੇ ਦਾ ਕੁਝ ਵੀ ਸਵਾਰਿਆ ਨਹੀਂ ਹੈ। ਇਹਨੇ ਆਮ ਕਰਕੇ ਜਿਹੜਾ ਹੈ ਵਸਦੇ ਘਰਾਂ ਨੂੰ ਬਰਬਾਦ ਹੀ ਕੀਤਾ ਆ। ਕਰਤਾਰੀ ਸੰਤੀ ਨਿੰਮੋ ਚੂਨੀਆਂ ਬੇਟਾ ਸ਼ਰਮਿੰਦੀਆਂ ਜਿਹੀਆਂ ਹੁੰਦੀਆਂ, ਪੈਰਾਂ ਦੇ ਨੋਕ ਖੁਰਚਦੀਆਂ ਹਨ, ਸੱਜਣ ਤੇ ਸੁੰਦਰ ਸ਼ਰਮਿੰਦਗੀ ਜਿਹੀ ਮਹਿਸੂਸ ਕਰਦੇ ਹਨ, ਬਾਬੇ ਦੇ ਚਿਹਰੇ ਤੇ ਰੌਣਕ ਆਉਣ ਲੱਗਦੀ ਹੈ। ਸੋ ਇੱਥੇ ਜਿਹੜੀ ਹੈ ਕਰਤਾਰੀ ਸੰਤੀ ਸੱਜਣ ਤੇ ਸੁੰਦਰ ਸਾਰਿਆਂ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਵਾਇਆ ਜਾਂਦਾ ਆ। ਦੋਨੋਂ ਜਿਹੜੇ ਆ ਉਹ ਧਿਰਾਂ ਸ਼ਰਮਿੰਦਗੀ ਮਹਿਸੂਸ ਕਰਦੀਆਂ ਹਨ, ਪਰ ਇੱਥੇ ਜਿਹੜਾ ਹੈ ਬਾਬੇ ਦੇ ਚਿਹਰੇ ਤੇ ਰੌਣਕ ਹੈ, ਖੁਸ਼ੀ ਆ। ਕਿਉਂਕਿ ਬਾਬੇ ਨੂੰ ਜਿਹੜਾ ਉਹਦਾ ਮਕਸਦ ਸੀ ਘਰ ਨੂੰ ਇੱਕ ਕਰਨ ਦਾ, ਉਹਨੂੰ ਕਾਮਯਾਬੀ ਮਿਲਦੀ ਲੱਗਦੀ ਹੈ। ਕਿਉਂਕਿ ਇੱਥੇ ਜਿਹੜਾ ਹੈ ਦੀਪਾ ਤੇ ਜਿੰਦਾ ਅਹਿਮ ਭੂਮਿਕਾ ਨਿਭਾਉਂਦੇ ਆ ਆਪਣੀਆਂ ਮਾਵਾਂ ਨੂੰ ਤੇ ਆਪਣੇ ਬਾਪੂ ਨੂੰ ਗਲਤੀ ਦਾ ਅਹਿਸਾਸ ਕਰਾਉਣ ਦੇ ਵਿੱਚ। ਸੋ ਅਖੀਰ ਤੇ ਬਾਬਾ ਜਿਹੜਾ ਹੈ ਉਹ ਖੁਸ਼ ਹੋ ਜਾਂਦਾ ਹੈ, ਕਿਉਂਕਿ ਉਹਨੂੰ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਸਕੀਮ ਹੈ ਉਹਨੂੰ ਨੇਪਰੇ ਚੜੇਗੀ। ਦੀਪਾ ਜਿਵੇਂ ਸਾਰਿਆਂ ਨੂੰ ਕਹਿ ਰਿਹਾ ਹੋਵੇ, ਦੇਖ ਲਓ ਜੇ ਬਾਬਾ ਜੀ ਲੋੜੀਂਦੇ ਆ, ਘਰ ਦੀ ਸ਼ਾਂਤੀ ਲੋੜੀਂਦੀ ਆ, ਤਾਂ ਢਾਓ ਇਹ ਅੱਡ ਕੰਦੋਲੀਆਂ ਮਤਲਬ ਛੋਟੀ ਜਿਹੀ ਕੰਧ ਜਿਹੜੀ ਕਿ ਘਰ ਦੇ ਬਟਵਾਰੇ ਨੂੰ ਸ਼ੋ ਕਰੇ, ਦਿਖਾਵੇ। ਸੋ ਦੀਪਾ ਜਿਹੜਾ ਹੈ ਉਹ ਕੀ ਕਹਿੰਦਾ ਆ ਕਿ ਜੇਕਰ ਘਰ ਦੀ ਸ਼ਾਂਤੀ ਚਾਹੀਦੀ ਆ, ਬਾਬਾ ਜੀ ਚਾਹੀਦੇ ਆ, ਤਾਂ ਉਹਨਾਂ ਨੇ ਜਿਹੜੀ ਘਰ ਦੇ ਵਿੱਚ ਛੋਟੀਆਂ ਕੰਧਾਂ ਖੜੀਆਂ ਕਰ ਛੱਡੀਆਂ ਨੇ, ਉਹਨਾਂ ਨੂੰ ਢਾਹ ਛੱਡਣ ਤੇ ਘਰ ਨੂੰ ਮੁੜ ਇੱਕ ਕਰਨ। ਜਿੰਦਾ ਜੋਸ਼ ਨਾ ਛੱਡੋ ਇਹ ਨਿਤ ਦੇ ਨਿਗੂਣੇ ਝਗੜੇ, ਨਿਗੂਣੇ ਮਤਲਬ ਛੋਟੀ ਗੱਲ ਤੇ ਪਾਇਆ ਜਾਣ ਵਾਲਾ ਝਗੜਾ। ਸੋ ਜਿੰਦਾ ਜਿਹੜਾ ਹੈ ਉਹ ਕਹਿੰਦਾ ਹੈ ਕਿ ਜਿਹੜੇ ਉਹਨਾਂ ਨੇ ਨਿੱਕੀ ਗੱਲ ਨੂੰ ਲੈ ਕੇ ਘਰ 'ਚ ਕਲੇਸ਼ ਖੜੇ ਕੀਤੇ ਹੋਏ ਆ, ਉਹਨਾਂ ਨੂੰ ਖਤਮ ਕਰਨ ਤੇ ਹੋ ਜਾਓ ਇਕੱਠੇ ਹੋ ਜਾਓ ਸਾਰਾ ਟੱਬਰ। ਸੱਜਣ ਸੁੰਦਰ ਕਰਤਾਰੀ ਸੰਤੀ ਦੇ ਚਿਹਰਿਆਂ ਤੇ ਹਾਂ ਦੀ ਝਲਕ ਮਿਲਦੀ ਆ, ਮਤਲਬ ਕਿ ਉਹ ਜਿਹੜਾ ਹੈ ਘਰ ਨੂੰ ਸਾਂਝਾ ਕਰਨ ਲਈ ਤਿਆਰ ਨੇ। ਬਜ਼ੁਰਗ ਉੱਠ ਕੇ ਬਹਿਣ ਦੀ ਕੋਸ਼ਿਸ਼ ਕਰਦਾ ਹੈ। ਸੋ ਬਜ਼ੁਰਗ ਦੀ ਜਿਹੜੀ ਸਕੀਮ ਸੀ ਉਹ ਕਾਮਯਾਬ ਹੋ ਗਈ। ਸੰਤੀ ਕਰਤਾਰੀ ਸੱਜਣ ਤੇ ਸੁੰਦਰ ਜਿਹੜੇ ਸੀ ਉਹ ਘਰ ਨੂੰ ਇੱਕ ਕਰਨ ਦੇ ਲਈ ਰਾਜ਼ੀ ਹੋ ਜਾਂਦੇ ਆ। ਦੀਪਾ ਠੀਕ ਆ, ਫਿਰ ਲੈ ਬਈ ਜਿੰਦਿਆ ਹੋ ਜਾ ਤਿਆਰ। ਦੋਵੇਂ ਜਾ ਕੇ ਉਟੇ ਢਾਉਣ ਲੱਗਦੇ ਹਨ, ਉਟੇ ਮਤਲਬ ਕੰਧਾਂ। ਭਾਂਡੇ ਸਾਂਝੀ ਥਾਂ ਕਰਦੇ ਹਨ। ਬਾਬਾ ਹੌਲੀ ਉੱਠ ਕੇ ਖੜਾ ਹੁੰਦਾ ਹੈ। ਸੱਜਣ ਸੁੰਦਰ ਬਾਬੇ ਦੇ ਲਾਗੇ ਜਾ ਕੇ ਉਹਨੂੰ ਮੋਢਿਆਂ ਤੋਂ ਫੜ ਕੇ ਖੜਾ ਕਰਨ ਵਿੱਚ ਮਦਦ ਕਰਦੇ ਹਨ। ਸੰਤੀ ਤੇ ਕਰਤਾਰੀ ਦੇ ਚਿਹਰਿਆਂ ਤੇ ਮੁਸਕਾਨ ਆਉਂਦੀ ਹੈ। ਉਹ ਪੀੜੀਆਂ ਤੇ ਬੈਠੀਆਂ ਇੱਕ ਦੂਜੇ ਵੱਲ ਮੁਸਕਰਾਉਂਦੀਆਂ ਤੇ ਤੱਕਦੀਆਂ ਹਨ। ਇਹ ਤੱਕਵੀਂ ਪਹਿਲਾਂ ਵਾਲੀ ਕੌੜ ਮਤਲਬ ਜਿੱਦਾਂ ਉਹ ਅੱਗੇ ਇੱਕ ਦੂਜੇ ਨੂੰ ਖਾਣ ਨੂੰ ਪੈਂਦੀਆਂ ਸੀ, ਕੌੜਾ ਵੇਖਦੀਆਂ ਸੀ, ਹੁਣ ਉਹਨਾਂ ਦੀ ਇਹ ਤੱਕਣੀ ਜਿਹੜੀ ਸੀ ਉਸ ਤਰ੍ਹਾਂ ਦੀ ਨਹੀਂ ਸੀ, ਕਿਉਂਕਿ ਹੁਣ ਉਹਨਾਂ ਦੇ ਦਿਲੀ ਭਾਵ ਬਦਲ ਗਏ ਸੀ। ਪਿਛੋਕੜ ਤੋਂ ਗੀਤ ਦੀ ਜਿਹੜਾ ਹੈ ਉੱਭਰਦਾ ਹੈ। ਇਹ ਉਹੀ ਗੀਤ ਹੈ ਰਾਜੇ ਜਿਹੜਾ ਪਹਿਲਾਂ ਆਪਾਂ ਕੀਤਾ ਸੀ, ਜਿਹਦੇ ਵਿੱਚ ਬਾਬੇ ਦੀ ਦਿਲੀ ਇੱਛਾ ਦਾ ਇਜ਼ਹਾਰ ਸੀ ਕਿ ਬਾਬਾ ਚਾਹੁੰਦਾ ਕੀ ਹੈ। ਪਰ ਇੱਥੇ ਸੇਮ ਉਹੀ ਲਾਈਨਾਂ ਜਿਹੜੀਆਂ ਨੇ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਬਾਬੇ ਦੀ ਜੋ ਦਿਲੀ ਇੱਛਾ ਸੀ ਉਹ ਪੂਰੀ ਹੋ ਗਈ। ਕਿਉਂ? ਸਾਡਾ ਵਸਦਾ ਰਹੇ ਘਰ ਬਾਹਰ, ਸਾਡਾ ਵਸਦਾ ਰਹੇ ਬਣਿਆ ਰਹੇ ਪਿਆਰ। ਸੋ ਬਾਬੇ ਦੀ ਜਿਹੜੀ ਇੱਛਾ ਸੀ ਉਹ ਪੂਰੀ ਹੋ ਗਈ। ਉਹਦਾ ਸਾਂਝਾ ਹੱਸਦਾ ਵਸਦਾ ਪਰਿਵਾਰ ਜਿਹੜਾ ਸੀ ਉਹ ਫਿਰ ਇਕੱਠਾ ਹੋ ਗਿਆ। ਸਾਰਾ ਟੱਬਰ ਜਿਹੜਾ ਸੀ ਉਹ ਫਿਰ ਪਿਆਰ ਦੇ ਨਾਲ ਇੱਕ ਜਗ੍ਹਾ ਰਹਿਣ ਲੱਗਾ। ਔਰ ਜਿਹੜੀ ਬਾਬੇ ਦੀ ਇਹ ਇੱਛਾ ਸੀ ਕਿ ਉਹਦੇ ਸਾਂਝੇ ਪਰਿਵਾਰ ਨੂੰ ਕਿਸੇ ਦੀ ਵੀ ਨਜ਼ਰ ਨਾ ਲੱਗੇ, ਸੋ ਬਾਬੇ ਦੀ ਜਿੱਦ ਤੇ ਦ੍ਰਿੜ ਇਰਾਦੇ ਨਾਲ ਉਹਦਾ ਟੱਬਰ ਫਿਰ ਇਕੱਠਾ ਹੋ ਗਿਆ। ਬਿਨਾਂ ਪਿਆਰ ਦੇ ਯਾਰ ਇਹ ਵੇੜਾ ਫੱਬੇ ਨਾ। ਕਿਉਂਕਿ ਪਰਿਵਾਰ ਵਿੱਚ ਰਹਿਣ ਵਾਲੇ ਮੈਂਬਰਾਂ ਦੇ ਆਪਸੀ ਪਿਆਰ ਤੋਂ ਬਿਨਾਂ ਜਿਹੜਾ ਹੈ ਉਹ ਵੇੜਾ ਚੰਗਾ ਨਹੀਂ ਲੱਗਦਾ, ਫੱਬਦਾ ਨਹੀਂ ਹੈ, ਘਰ ਜਿਹੜੇ ਆ ਉਹ ਸੋਹਣੇ ਨਹੀਂ ਲੱਗਦੇ। ਸੋ ਇੱਥੇ ਜਿਹੜਾ ਸੀ ਬਾਬੇ ਦਾ ਜੋ ਦਿਲੀ ਭਾਵ ਸੀ ਉਹ ਪੂਰੇ ਹੋ ਗਏ, ਉਹਦੀ ਇੱਛਾ ਪੂਰੀ ਹੋ ਗਈ। ਘਰੇਲੂ ਕਲੇਸ਼ ਕਾਰਨ ਹੋਏ ਘਰ ਦੀ ਜਿਹੜੀ
ਬਟਵਾਰੇ ਦੀ ਸਮੱਸਿਆ ਸੀ ਉਹ ਖਤਮ ਹੋ ਗਈ ਤੇ ਬਾਬੇ ਦਾ ਜਿਹੜਾ ਸੀ ਘਰ ਉਹ ਸਾਂਝਾ ਹੋ ਗਿਆ। ਸੋ ਇਸ ਤਰ੍ਹਾਂ ਜਿਹੜੀ ਹੈ ਇਕਾਂਗੀ ਦੇ ਅਖੀਰ ਤੇ ਸਾਨੂੰ ਸਮੱਸਿਆ ਦਾ ਸਮਾਧਾਨ ਮਿਲ ਗਿਆ। ਬਾਬੇ ਦੀ ਜਿੱਦ ਤੇ ਦ੍ਰਿੜ ਇਰਾਦੇ ਨਾਲ ਘਰ ਇੱਕ ਹੋ ਗਿਆ, ਭਾਵ ਸਾਰਾ ਟੱਬਰ ਜਿਹੜਾ ਸੀ ਉਹ ਵਾਪਸ ਆਪਣੇ ਘਰ ਨੂੰ ਪਰਤ ਆਇਆ। ਠੀਕ ਹੈ, ਸੋ ਇਸ ਤਰ੍ਹਾਂ ਬੇਟਾ ਚਾਰੇ ਪਾਰਟ ਜਿਹੜੇ ਆ ਉਹ ਤੁਸੀਂ ਤਿਆਰ ਕਰਨੇ ਆ। ਓਕੇ।